ਜੇ ਘਰ ਦੇ ਵਿੱਚ ਕੋਈ ਬਗਾਨਾ ਬੰਦਾ ਵੜ ਜੇ ਘਰ ਛੱਡ ਕੇ ਥੋੜਾ ਚੱਲ ਜਾਈਦਾ। ਆ ਸਾਡੇ ਵੀਰ ਬਾਹਰ ਤੁਰੇ ਜਾਂਦੇ ਸਾਰੇ ਵੀ ਜੀ ਇੱਥੇ ਤਾਂ ਗੰਦ ਹੈ ਜੀ, ਇੱਥੇ ਤਾਂ ਜੌਬ ਨਹੀਂ ਹੈਗੀ, ਇੱਥੇ ਕੁਛ ਨਹੀਂ ਹੈਗਾ, ਅਸੀਂ ਚੱਲੇ ਬਾਹਰ। ਤੁਹਾਡੇ ਘਰ ਦੇ ਵਿੱਚ ਕੋਈ ਬਗਾਨਾ ਬੰਦਾ ਆ ਕੇ ਛੇੜਛਾੜ ਕਰੇ ਤਾਂ ਆਪਾਂ ਘਰ ਛੱਡ ਕੇ ਚੱਲ ਜਾਾਂਗੇ ਭਾਜੀ? ਕਦੀ ਨਹੀਂ ਜਾਵਾਂਗੇ। ਅਸੀਂ ਉਸ ਬੰਦੇ ਨੂੰ ਧੱਕੇ ਮਾਰ ਕੇ ਘਰੋਂ ਕੱਢਾਂਗੇ, ਚਪੇੜਾਂ ਮਾਰ ਕੇ ਘਰੋਂ ਕੱਢਾਂਗੇ। ਨਿੱਕੇ ਹੁੰਦਿਆਂ ਮੇਰੇ ਖਿਆਲ ਅਸੀਂ ਸਾਰਿਆਂ ਨੇ ਇੱਕ ਗੱਲ ਸਿੱਖੀ ਹੋਣੀ ਹੈ ਕਿ ਸੱਚ ਬੋਲਿਆ ਕਰੋ, ਝੂਠ ਨਾ ਬੋਲਿਆ ਕਰੋ। ਪਰ ਅਸੀਂ ਉਸ ਇੱਕ ਨੁਕਤੇ ਤੇ ਵੀ ਖੜੇ ਨਹੀਂ ਰਹਿੰਦੇ। ਸਾਡੀ ਸਾਰਿਆਂ ਦੀ ਜ਼ਿੰਦਗੀ ਝੂਠ ਨਾਲ ਐਨ ਭਰੀ ਹੋਈ ਹੈ। ਆਪਣੇ ਵਾਸਤੇ ਜਿਹੜਾ ਇੱਕ ਕੱਢਿਆ ਹੋਇਆ ਨਾ ਹੱਲ, ਅਸੀਂ ਕਹਿ ਦਿੰਦੇ ਕਿ ਕਈ ਝੂਠ ਇਦਾਂ ਦੇ ਹੁੰਦੇ ਆ ਵੀ ਜਿਹਦੇ ਨਾਲ ਕਿਸੇ ਦਾ ਫਾਇਦਾ ਵੀ ਹੋ ਜਾਂਦਾ ਹੈ, ਕਿਸੇ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਕੀ ਪਾਲੇ ਦੀ ਔਕਾਤ ਕੇ ਸੂਰਜ ਠਾਰ ਦਵੇ, ਕੀ ਪਾਲੇ ਦੀ ਔਕਾਤ ਕੇ ਸੂਰਜ ਠਾਰ ਦਵੇ। ਝੂਠ ਨਹੀਂ ਬਣਿਆ ਜਿਹੜਾ ਸੱਚ ਨੂੰ ਮਾਰ ਦਵੇ। ਗੁਰੂ ਸਾਹਿਬ ਕਹਿੰਦੇ ਕਿ ਜੇ ਜ਼ੁਲਮ ਕਰਨਾ ਪਾਪ ਹੈ ਤੇ ਸਹਿਣਾ ਉਦੋਂ ਵੱਡਾ ਪਾਪ ਹੈ। ਅਸੀਂ ਕਾਦੇ ਸਹਿ ਰਹੇ ਹਾਂ? ਕੀ ਅਸੀਂ ਉਹਦੇ ਲਈ ਕੁਝ ਕੀਤਾ? ਕੀ ਅਸੀਂ ਉਹਦੇ ਲਈ ਕੋਈ ਨਾਰਾ ਵੀ ਚੁੱਕਿਆ? ਕੀ ਅਸੀਂ ਕਦੇ ਕਿਸੇ ਸੰਘਰਸ਼ ਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਭਰੀ ਹੈ? ਦੋ ਚਾਰ ਗੱਲਾਂ, ਦੋ ਚਾਰ ਸਲਾਹਾਂ ਸਾਰੇ ਜਣੇ ਰਲ ਕੇ ਕਰ ਲੈਨੇ। ਡਾਕਟਰ ਸਾਹਿਬ ਤੇ ਲੱਖੇ ਵੀਰ ਨੇ ਇੱਕ ਗੱਲ ਬਹੁਤ ਸੋਹਣੀ ਕਹੀ ਕਿ ਅਸੀਂ ਪੜ੍ਹਦੇ ਸੁਣਦੇ ਬਹੁਤ ਹਾਂ ਪਰ ਅਮਲ ਕਿੰਨਾ ਕੁ ਕਰਦੇ ਹਾਂ। ਨਿੱਕੇ ਹੁੰਦਿਆਂ ਮੇਰੇ ਖਿਆਲ ਅਸੀਂ ਸਾਰਿਆਂ ਨੇ ਇੱਕ ਗੱਲ ਸਿੱਖੀ ਹੋਣੀ ਹੈ ਕਿ ਸੱਚ ਬੋਲਿਆ ਕਰੋ, ਝੂਠ ਨਾ ਬੋਲਿਆ ਕਰੋ। ਪਰ ਅਸੀਂ ਉਸ ਇੱਕ ਨੁਕਤੇ ਤੇ ਵੀ ਖੜੇ ਨਹੀਂ ਰਹਿੰਦੇ। ਸਾਡੀ ਸਾਰਿਆਂ ਦੀ ਜ਼ਿੰਦਗੀ ਝੂਠ ਨਾਲ ਐਨ ਭਰੀ ਹੋਈ ਆ। ਫਿਰ ਅਸੀਂ ਉਹਦਾ ਆਪਣੇ ਵਾਸਤੇ ਜਿਹੜਾ ਇੱਕ ਕੱਢਿਆ ਹੋਇਆ ਨਾ ਹੱਲ, ਅਸੀਂ ਕਹਿ ਦਿੰਦੇ ਕਿ ਕਈ ਝੂਠ ਇਦਾਂ ਦੇ ਹੁੰਦੇ ਆ ਵੀ ਜਿਹਦੇ ਨਾਲ ਕਿਸੇ ਦਾ ਫਾਇਦਾ ਵੀ ਹੋ ਜਾਂਦਾ ਹੈ, ਕਿਸੇ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਨਾ। ਬਸ ਗੱਲ ਇਹ ਨਹੀਂ ਕਿ ਅਸੀਂ ਉਸ ਨੁਕਤੇ ਤੇ ਖੜੇ ਹੋਣ ਦੇ ਕਾਬਿਲ ਨਹੀਂ ਹੈਗੇ, ਸਾਡੇ ਅੰਦਰ ਇੰਨਾ ਦਮਖਮ ਨਹੀਂ ਹੈਗਾ। ਅਗਲੀ ਗੱਲ, ਗੁਰੂ ਸਾਹਿਬ ਕਹਿੰਦੇ ਕਿ ਜੇ ਜ਼ੁਲਮ ਕਰਨਾ ਪਾਪ ਹੈ ਤੇ ਸਹਿਣਾ ਉਦੋਂ ਵੱਡਾ ਪਾਪ ਹੈ। ਅਸੀਂ ਕਾਦੇ ਸਹਿ ਰਹੇ ਹਾਂ? ਕੀ ਅਸੀਂ ਉਹਦੇ ਲਈ ਕੁਝ ਕੀਤਾ? ਕੀ ਅਸੀਂ ਉਹਦੇ ਲਈ ਕੋਈ ਨਾਰਾ ਵੀ ਚੁੱਕਿਆ? ਕੀ ਅਸੀਂ ਕਦੇ ਕਿਸੇ ਸੰਘਰਸ਼ ਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਭਰੀ ਹੈ? ਮੁਬਾਰਕਬਾਦ ਇਸ ਗੱਲ ਦੀ ਹੈ ਕਿ ਅੱਜ ਤੁਸੀਂ ਆਏ ਹੋ, ਅੱਜ ਤੁਸੀਂ ਬੈਠੇ ਹੋ। ਇਹ ਬਹੁਤ ਖੁਸ਼ਕਿਸਮਤੀ ਹੈ, ਪੰਜਾਬ ਦੇ ਚੰਗੇ ਕਰਮ ਨੇ ਕਿ ਅੱਜ ਵੀ ਜੇ ਅਸੀਂ ਜਾਗੇ ਹਾਂ ਤੇ ਦਰੁਸਤ ਜਾਗੇ ਹਾਂ ਤੇ ਅਵੇਅਰਨੈਸ ਵੀ ਆ ਜਾਊਗੀ। ਤੁਹਾਡਾ ਇਕੱਠੇ ਰਹਿਣਾ ਔਰ ਤੁਹਾਡਾ ਰੋਸ਼ਨ ਦਿਮਾਗ ਹੋਣਾ, ਇਹੀ ਉਹਨਾਂ ਦੀ ਹਾਰ ਹੈ। ਜਿੰਨਾ ਚਿਰ ਤੁਸੀਂ ਇਕੱਠੇ ਹੋ, ਮੈਂ ਪਿੱਛੇ ਜੇ ਇੱਕ ਗੱਲ ਕੀਤੀ ਸੀ, ਵੀਰ ਹੋਣਾ ਉਸ ਦਾ ਜ਼ਿਕਰ ਵੀ ਕੀਤਾ ਕਿ ਮੈਂ ਇੱਕ ਗੱਲ ਕਹੀ ਸੀ ਕਿ ਜਿੰਨਾ ਚਿਰ ਤੱਕ ਸਾਨੂੰ ਵੱਖਰੇਵੇਂ ਦਿਸਦੇ ਨੇ, ਸਾਨੂੰ ਪੱਗ ਟੋਪੀ ਬੋਦੀ ਦੇ ਵਿਚਕਾਏ ਜਿਹੜਾ ਫਰਕ ਹੈ, ਉਸ ਫਰਕ ਦੇ ਵਿੱਚ ਜਿੰਨਾ ਚਿਰ ਸਾਨੂੰ ਵਲਾ ਕੇ ਰੱਖਿਆ ਜਾਂਦਾ ਹੈ, ਅਸੀਂ ਉਹਨਾਂ ਚਿਰ ਤੱਕ ਧੱਕੇ ਖਾਂਦੇ ਰਵਾਂਗੇ। ਹਰ ਧਰਮ ਦੇ ਮੂਲ ਨੂੰ ਸਮਝਣ ਦੀ ਲੋੜ ਹੈ, ਹਰ ਧਰਮ ਗ੍ਰੰਥ ਦੇ ਮੂਲ ਨੂੰ ਸਮਝਣ ਦੀ ਲੋੜ ਹੈ ਕਿ ਪਿਆਰ ਕੀ ਹੈ ਤੇ ਆਪਸੀ ਭਾਈਚਾਰਾ ਕੀ ਹੈ। ਤੁਸੀਂ ਜਿਹੜੇ ਵੀਰ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਜੇ ਆਪਾਂ ਖੜੇ ਹਾਂ, ਦੁਕਾਨਦਾਰੀ ਕਦੀ ਇਹ ਦੇਖ ਕੇ ਹੁੰਦੀ ਹੈ ਕਿ ਗਾਹਕ ਕਿੱਥੋਂ ਆਇਆ? ਕਦੀ ਉਹਦਾ ਪਿੰਡ ਪੁੱਛਿਆ? ਨਹੀਂ ਪੁੱਛੀਦਾ। ਹਾਂ, ਸਾਂਝ ਕੱਢਣ ਲਈ ਪੁੱਛਾਂਗੇ, ਵੱਖਰੀ ਗੱਲ ਹੈ, ਪਰ ਉਹਦੇ ਚੋਂ ਕਦੀ ਵਿਤਕਰਾ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਆਪਣਾ ਫਾਇਦਾ। ਪਰ ਜਦੋਂ ਫੇਸਬੁੱਕ ਤੇ ਇੱਕ ਲੜਾਈ ਚੱਲ ਰਹੀ ਹੈ, ਇੱਧਰ ਹਿੰਦੂ ਖੜਾ, ਇੱਧਰ ਮੁਸਲਮਾਨ ਖੜਾ ਜਾਂ ਸਿੱਖ ਖੜਾ, ਉਹਦੇ ਵਿੱਚ ਸਾਰਿਆਂ ਨੇ ਪਾਰਟਿਸਿਪੇਟ ਕਰਨਾ ਕਿ ਹਾਂਜੀ ਅਸੀਂ ਆਪਣਾ ਦੱਸਣਾ ਵੀ ਅਸੀਂ ਕੌਣ ਹੁੰਦੇ ਹਾਂ। ਸਾਡੇ ਕੋਲ ਹਕੀਕੀ ਤੌਰ ਤੇ, ਜ਼ਮੀਨੀ ਤੌਰ ਤੇ, ਗਰਾਊਂਡ ਲੈਵਲ ਤੇ ਸਾਡੇ ਕੋਲ ਨਾਰਾ ਲੱਗਦਾ ਨਹੀਂ, ਪਰ ਅਸੀਂ ਸੋਸ਼ਲ ਮੀਡੀਆ ਦੀ ਵਾਰ ਦੇ ਵਿੱਚ ਬੜਾ ਵੱਧ ਚੜ ਕੇ ਹਿੱਸਾ ਲੈਂਦੇ ਹਾਂ। ਕਿਉਂ? ਮਜ਼ਾ ਆਉਂਦਾ ਹੈ ਤਾਂ ਕਰਕੇ, ਕਿਉਂਕਿ ਸਾਨੂੰ ਆਦਤ ਪੈ ਗਈ ਹੈ ਧੱਕੇ ਖਾਣ ਦੀ। ਉਹ ਮਾੜਾ ਜਿਹਾ ਕਿਣਕਾ ਪਾਉਂਦੇ ਆ ਤੁਹਾਡੇ ਵਿੱਚ, ਤੁਸੀਂ ਮੱਚਨੇ ਹੋ, ਉਹ ਤਮਾਸ਼ਾ ਦੇਖਦੇ ਨੇ। ਪਰ ਗੱਲ ਇਹ ਹੈ ਵੀਰੋ, ਜਿੱਦਾਂ ਲੱਖੇ ਬਾਈ ਨੇ ਬਹੁਤ ਸੋਹਣਾ ਐਕਸਪਲੇਨ ਕੀਤਾ ਕਿ ਆਪਣੇ ਬੱਚਿਆਂ ਦੀ ਹੋਂਦ ਨੂੰ ਕਿੱਦਾਂ ਸਾਂਭਣਾ ਆ। ਤੁਹਾਨੂੰ ਪਤਾ ਹੈ ਕਿ ਪੰਜਾਬੀ ਦੇ ਜਿਹੜੇ ਹੁਣ ਦੇ ਕਾਇਦੇ ਨੇ, ਉਹਨਾਂ ਵਿੱਚ ਵਹੁਵਾ ਵਰਿਕਸ਼ ਪੜਾਇਆ ਜਾ ਰਿਹਾ। ਪਤਾ ਹੈ ਤੁਹਾਨੂੰ ਇਸ ਗੱਲ ਦਾ? ਰਾਰਾ ਰੁੱਖ ਨਹੀਂ ਹੈਗਾ, ਵਹੁਵਾ ਵਰਿਕਸ਼ ਹੈ। ਤੇ ਵਰਿਕਸ਼ ਕੀ ਪੰਜਾਬੀ ਭਾਸ਼ਾ ਦਾ ਅੱਖਰ ਹੈਗਾ? ਗੱਲ ਇਹ ਨਹੀਂ ਕਿ ਉਹ ਕਿਸ ਭਾਸ਼ਾ ਦਾ, ਗੱਲ ਇਹ ਕਿ ਉਹ ਪੰਜਾਬੀ ਦਾ ਨਹੀਂ ਹੈ। ਗੱਲ ਇਹ ਕਿ ਭਾਸ਼ਾ ਦਾ ਰੂਪ ਵਿਗੜ ਰਿਹਾ। ਤੇ ਇਹਦੇ ਕੀ ਜ਼ਿੰਮੇਦਾਰ ਸਿਰਫ ਗੀਤਕਾਰ ਜਾਂ ਲੇਖਕ ਨੇ ਜਾਂ ਪੋਇਟ ਨੇ? ਤੁਸੀਂ ਸਾਰੇ ਨਹੀਂ ਹੋ। ਪੰਜਾਬੀ ਇਕੱਲੀ ਸਾਡੀ ਹੈ ਜਾਂ ਅਸੀਂ ਲੈ ਕੇ ਜੰਮੇ ਸੀ? ਇਹ ਸਾਡੀ ਸਾਰਿਆਂ ਦੀ, ਅਸੀਂ ਸਾਰੇ ਇਹਦੇ ਵਿੱਚ ਜੰਮੇ ਆ। ਪਰ ਅਸੀਂ ਆਪਣੀ ਆਪਣੀ ਰਿਸਪੌਂਸਿਬਿਲਟੀ ਤੋਂ, ਆਪਣੀ ਆਪਣੀ ਡਿਊਟੀ ਤੋਂ ਕਿਤੇ ਨਾ ਕਿਤੇ ਭੱਜੇ ਹਾਂ।
ਭੱਜੇ ਆ ਤੇ ਅੱਜ ਆਹ ਨਤੀਜੇ ਭੁਗਤ ਰਹੇ ਆ। ਅੱਜ ਵੀ ਖੜ ਗਏ ਆ, ਬੜੀ ਹੱਲਾਸ਼ੇਰੀ ਵਾਲੀ ਗੱਲ ਹੈ, ਬੜੀ ਸ਼ਾਬਾਸ਼ੀ ਵਾਲੀ ਗੱਲ ਹੈ। ਖੜੇ ਆ ਪਰ ਨਾਲ ਦੇ ਨਾਲ ਦਿਮਾਗ ਨੂੰ ਜਾਗਰੂਕ ਕਰਕੇ ਖੜੇ ਰਹਿਣਾ ਹੈ, ਸਿਰਫ ਭੀੜ ਨਹੀਂ ਬਣਨਾ। ਤੁਹਾਡੇ ਖੜੇ ਹੋਣ ਦਾ ਮੰਤਵ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਖੜੇ ਹੋ ਤੇ ਖੜੇ ਕਿਸ ਕਰਕੇ ਹੋ, ਅੜੇ ਹੋ ਤੇ ਅੜੇ ਕਿਸ ਕਰਕੇ ਹੋ। ਜੇ ਕੋਈ ਨੀਤੀ ਹੁੰਦੀ ਹੈ ਨਾ, ਉਹਦਾ ਜਵਾਬ ਨੀਤੀ ਨਾਲ ਦੇਣਾ ਪੈਂਦਾ ਹੈ, ਸ਼ਸਤਰ ਦਾ ਜਵਾਬ ਸ਼ਸਤਰ ਨਾਲ ਦੇਣਾ ਪੈਂਦਾ ਹੈ। ਉਹਨਾਂ ਦੀਆਂ ਨੀਤੀਆਂ ਨੂੰ ਸਮਝੋ, ਉਹਨਾਂ ਦੀਆਂ ਸਕੀਮਾਂ ਨੂੰ ਸਮਝੋ। ਤੁਹਾਨੂੰ ਪਤਾ ਹੈ ਕਿ ਸਾਊਦੀ ਅਰਬ ਦੇ ਵਿੱਚ ਇੱਕ ਚੀਜ਼ ਹੁਣੇ ਹੋਈ ਹੈ ਕਿ 1.3 ਬਿਲੀਅਨ ਦੇ ਸ਼ੇਅਰਸ ਰਿਲਾਇੰਸ ਦੇ ਉੱਥੋਂ ਆ ਰਹੇ ਨੇ। ਪਤਾ ਹੈ ਤੁਹਾਨੂੰ ਇਸ ਗੱਲ ਦਾ? ਤਾਂ ਅਸੀਂ ਇੱਥੇ ਉਹਨਾਂ ਦੇ ਮਾਲਸ ਬੰਦ ਕਰ ਰਹੇ ਹਾਂ, ਪੈਟਰੋਲ ਪੰਪ ਬੰਦ ਕਰ ਰਹੇ ਹਾਂ। ਸੋ ਇਸ ਕਰਕੇ ਵਰਲਡ ਪੋਲਿਟਿਕਸ ਨੂੰ ਸਮਝਣਾ ਸਿੱਖੋ। ਦੇਖੋ ਕਿ ਦੁਨੀਆ ਦੇ ਵਿੱਚ ਆਲੇ ਦੁਆਲੇ ਕੀ ਚੱਲ ਰਿਹਾ ਤੇ ਉਹਦਾ ਪ੍ਰਭਾਵ ਸਾਡੇ ਵਿੱਚ ਕੀ ਪੈ ਰਿਹਾ। ਉਸ ਵਰਲਡ ਦੀ ਪੋਲਿਟਿਕਸ ਦਾ ਪ੍ਰਭਾਵ ਹਿੰਦੁਸਤਾਨ ਦੀ ਪੋਲਿਟਿਕਸ ਤੇ ਕੀ ਪੈਂਦਾ ਤੇ ਉਹਦੇ ਵਿੱਚ ਸੈਂਟਰ ਦੇ ਵਿੱਚ ਜੋ ਚੱਲ ਰਿਹਾ ਉਹਦਾ ਪ੍ਰਭਾਵ ਫਿਰ ਤੁਹਾਡੇ ਨਿੱਜੀ ਰੂਪ 'ਚ ਕੀ ਪੈਂਦਾ। ਜ਼ਰੂਰੀ ਨਹੀਂ ਕਿ ਡੰਡਾ ਤੁਹਾਡੀ ਪਿੱਠ ਤੇ ਵੱਜੇ ਤੇ ਫਿਰ ਹੀ ਸਾਨੂੰ ਪਤਾ ਲੱਗੇ ਕਿ ਸਾਨੂੰ ਮਾਰ ਪਈ ਹੈ। ਕਈ ਵਾਰੀ ਮਾਰ ਬਹੁਤ ਗੁੱਝੀ ਹੁੰਦੀ ਆ, ਉਹਦਾ ਪਤਾ ਲੱਗਦਿਆਂ ਵੀ 100 ਸਾਲ ਲੱਗਦਾ। ਪੰਜਾਬੀ ਸੂਬੇ ਦੀ ਮਾਰ ਦੀ ਹੁਣ ਸਮਝ ਆਈ ਹੈ ਨਾ ਸਾਨੂੰ, ਹੁਣ ਵੀ ਇਦਾਂ ਦੀਆਂ ਮਾਰਾਂ ਪੈ ਰਹੀਆਂ ਪਰ ਅਸੀਂ ਅਜੇ ਸੁਚੇਤ ਨਹੀਂ। ਸਾਨੂੰ ਸਮਝ ਜਾ ਕੇ 50 ਸਾਲਾਂ ਬਾਅਦ ਆਉਣੀ ਹੈ। ਪਰ ਜੇ ਅਸੀਂ ਆਪਣੀ ਨਵੀਂ ਪਨੀਰੀ ਨੂੰ ਸਾਂਭ ਲਿਆ, ਜੇ ਅਸੀਂ ਨਵੀਂ ਪਨੀਰੀ ਦੇ ਦਿਮਾਗ 'ਚ ਗੱਲ ਪਾਤੀ, ਉਹਨੂੰ ਹੱਕਾਂ ਦੀ ਗੱਲ ਸਿਖਾਤੀ, ਫਿਰ ਅਸੀਂ ਅੱਜ ਹੀ ਸਮਝ ਜਾਵਾਂਗੇ। ਸੋ ਬੇਨਤੀ ਹੈ ਵੀ ਭਾਈ ਆਪਣੇ ਆਲੇ ਦੁਆਲੇ ਨੂੰ ਸਾਂਭਣਾ, ਉਹਦੀ ਰਿਸਪੌਂਸਿਬਿਲਟੀ ਰੱਖਣੀ ਆਪ ਸਿੱਖੋ। ਜੇ ਘਰ ਦੇ ਵਿੱਚ ਕੋਈ ਬਗਾਨਾ ਬੰਦਾ ਵੜ ਜੇ, ਘਰ ਛੱਡ ਕੇ ਥੋੜ੍ਹਾ ਚੱਲ ਜਾਈਦਾ। ਸਾਡੇ ਵੀਰ ਬਾਹਰ ਤੁਰੇ ਜਾਂਦੇ ਸਾਰੇ, ਵੀ ਜੀ ਇੱਥੇ ਤਾਂ ਗੰਦ ਹੈ ਜੀ, ਇੱਥੇ ਤਾਂ ਜੌਬ ਨਹੀਂ ਹੈਗੀ, ਇੱਥੇ ਕੁਛ ਨਹੀਂ ਹੈਗਾ, ਅਸੀਂ ਚੱਲੇ ਬਾਹਰ। ਤੁਹਾਡੇ ਘਰ ਦੇ ਵਿੱਚ ਕੋਈ ਬਗਾਨਾ ਬੰਦਾ ਆ ਕੇ ਛੇੜਛਾੜ ਕਰੇ ਤਾਂ ਆਪਾਂ ਘਰ ਛੱਡ ਕੇ ਚੱਲ ਜਾਵਾਂਗੇ ਭਾਜੀ? ਕਦੀ ਨਹੀਂ ਜਾਵਾਂਗੇ। ਅਸੀਂ ਉਸ ਬੰਦੇ ਨੂੰ ਧੱਕੇ ਮਾਰ ਕੇ ਘਰੋਂ ਕੱਢਾਂਗੇ, ਚਪੇੜਾ ਮਾਰ ਕੇ ਘਰੋਂ ਕੱਢਾਂਗੇ। ਇਹ ਜ਼ਮੀਰ ਸੌਂ ਗਿਆ ਸਾਡਾ। ਜਿਹੜਾ ਉਹ ਧੱਕੇ ਮਾਰਨ ਵਾਲਾ ਜ਼ਮੀਰ ਸੀ ਨਾ, ਜਿਹੜਾ ਆਪਣੇ ਹੱਕ ਸਾਂਭਣ ਵਾਲਾ ਜ਼ਮੀਰ ਸੀ, ਉਹ ਕਿਤੇ ਨਾ ਕਿਤੇ ਸੁੱਤਾ ਪਿਆ। ਉਹਨੂੰ ਝੰਜੋੜਨ ਦੀ ਲੋੜ ਹੈ, ਉਹਨੂੰ ਜਗਾਉਣ ਦੀ ਲੋੜ ਹੈ। ਮੈਂ ਜ਼ਿਆਦਾ ਗੱਲਾਂ ਨਾ ਕਰਦਿਆਂ ਹੋਇਆ ਇੱਕ ਮੈਂ ਗੀਤ ਤੁਹਾਡੇ ਲਈ ਲੈ ਕੇ ਆਇਆ ਅੱਜ। ਮੈਨੂੰ ਲੱਗਦਾ ਕਿ ਕਈ ਵਾਰੀ ਜ਼ੁਬਾਨ 'ਚੋਂ ਕਹੀ ਗੱਲ ਉਹਨਾਂ ਟਰੈਵਲ ਨਹੀਂ ਕਰਦੀ, ਪਰ ਜਦੋਂ ਗੀਤ ਦਾ ਰੂਪ ਲੈ ਲੈਂਦੀ ਹੈ ਤਾਂ ਉਹ ਲੰਬਾ ਸਫ਼ਰ ਤੈਅ ਕਰ ਜਾਂਦੀ ਹੈ। ਸੋ ਪੇਸ਼ੇ ਖਿਦਮਤ ਨੇ ਦੋ ਗੱਲਾਂ। ਕੀ ਪਾਲੇ ਦੀ ਔਕਾਤ ਕੇ ਸੂਰਜ ਠਾਰ ਦਵੇ, ਕੀ ਪਾਲੇ ਦੀ ਔਕਾਤ ਕੇ ਸੂਰਜ ਠਾਰ ਦਵੇ। ਝੂਠ ਨਹੀਂ ਬਣਿਆ ਜਿਹੜਾ ਸੱਚ ਨੂੰ ਮਾਰ ਦਵੇ, ਕੋਈ ਝੂਠ ਨਹੀਂ ਬਣਿਆ ਜਿਹੜਾ ਸੱਚ ਨੂੰ ਮਾਰ ਦਵੇ। ਕੌਮਾਂ ਉੱਤੇ ਪੀੜਾਂ ਬਣਦੀਆਂ ਰਹਿੰਦੀਆਂ ਨੇ, ਤੋਪਾਂ ਅੱਗੇ ਛਾਤੀਆਂ ਤਣਦੀਆਂ ਰਹਿੰਦੀਆਂ ਨੇ। ਕੌਮਾਂ ਉੱਤੇ ਪੀੜਾਂ ਬਣਦੀਆਂ ਰਹਿੰਦੀਆਂ ਨੇ, ਤੋਪਾਂ ਅੱਗੇ ਛਾਤੀਆਂ ਤਣਦੀਆਂ ਰਹਿੰਦੀਆਂ ਨੇ। ਤੇ ਮਾਵਾਂ ਐਸੇ ਪੁੱਤ ਵੀ ਜਣਦੀਆਂ ਰਹਿੰਦੀਆਂ ਨੇ, ਕੌਮ ਜਿਤਾ ਕੇ ਜਿਹੜਾ ਜ਼ਿੰਦਗੀ ਹਾਰ ਦਵੇ। ਝੂਠ ਨਹੀਂ ਬਣਿਆ ਜਿਹੜਾ ਸੱਚ ਨੂੰ ਮਾਰ ਦਵੇ, ਝੂਠ ਨਹੀਂ ਬਣਿਆ ਜਿਹੜਾ ਸੱਚ ਨੂੰ ਮਾਰ ਦਵੇ। ਨਹੀਂ ਝਖੜਾ ਕੋਲੋਂ ਬੁਝਦਾ ਦੀਪ ਉਮੀਦਾਂ ਦਾ, ਬੋਲ ਨਹੀਂ ਫਿੱਕਾ ਪੈਂਦਾ ਕਦੇ ਸ਼ਹੀਦਾਂ ਦਾ। ਬੋਲ ਨਹੀਂ ਫਿੱਕਾ ਪੈਂਦਾ ਕਦੇ ਸ਼ਹੀਦਾਂ ਦਾ। ਉਹ ਰੱਬ ਨੂੰ ਸੁਣਨਾ ਪੈਂਦਾ ਹਾਲ ਮੁਰੀਦਾਂ ਦਾ। ਸਰਬੰਸ ਹੀ ਜਿਹੜਾ ਧਰਮ ਦੀ ਖਾਤਰ ਵਾਰ ਦਵੇ, ਝੂਠ ਨਹੀਂ ਬਣਿਆ ਜਿਹੜਾ ਸੱਚ ਨੂੰ ਮਾਰ ਦਵੇ। ਕੀ ਪਾਲੇ ਦੀ ਔਕਾਤ ਕੇ ਸੂਰਜ ਠਾਰ ਦਵੇ। ਸੋ ਇਹ ਸੱਚ, ਇਹ ਹੱਕ ਦੀ ਲੜਾਈ ਤੁਹਾਨੂੰ ਸਮਰਪਿਤ ਹੈ। ਤੁਹਾਡੇ ਪੈਰਾਂ ਦੇ ਵਿੱਚ ਮੈਂ ਅਰਦਾਸ ਕਰਦਾ, ਜੇ ਮੇਰੀ ਅਰਦਾਸ ਮਾਇਨੇ ਰੱਖਦੀ ਹੈ ਤੇ ਕਬੂਲ ਕਰਿਓ। ਔਰ ਇਹਨਾਂ ਇਕੱਠਾਂ ਦੇ ਵਿੱਚੋਂ ਸਿਰਫ ਭੀੜ ਦਾ ਰੂਪ ਬਣ ਕੇ ਨਾ ਨਿਕਲਿਓ। ਇਹਨਾਂ ਇਕੱਠਾਂ ਦੇ ਵਿੱਚੋਂ ਕੁਛ ਨਾ ਕੁਛ ਹਾਸਲ ਕਰਕੇ ਜਾਇਓ। ਇਹਨਾਂ 'ਚੋਂ ਕੋਈ ਨਾ ਕੋਈ ਅਵੇਅਰਨੈਸ ਲੈ ਕੇ ਜਾਇਓ ਤੇ ਅੱਗੇ ਅਵੇਅਰ ਕਰਿਓ ਲੋਕਾਂ ਨੂੰ। ਫਾਇਦਾ ਤਾਂ ਹੈ, ਨਹੀਂ ਤਾਂ ਭੀੜਾਂ ਜੁੜਨਗੀਆਂ, ਭੀੜਾਂ ਨਿਖੜਦੀਆਂ ਰਹਿਣਗੀਆਂ, ਕੋਈ ਫਾਇਦਾ ਨਹੀਂ। ਪਰ ਜੇ ਇਹਦੇ ਵਿੱਚੋਂ ਅਸੀਂ ਆਊਟਪੁੱਟ ਨਾ ਕੱਢ ਸਕੇ ਤੇ ਇਸ ਤੋਂ ਵੱਡੀ ਸ਼ਰਮਿੰਦਗੀ ਕੋਈ ਨਹੀਂ ਹੋਵੇਗੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।